Good morning, students. आज ਅਸੀਂ ਚੈਪਟਰ 17 of class 11 locomotion and movement ਪੜਨ ਜਾ ਰਹੇ ਹਾਂ। ਇਸ ਚੈਪਟਰ ਦੇ ਵਿੱਚ ਦੋ ਹਿੱਸੇ ਨੇ, ਇੱਕ ਤਾਂ ਹੈ skeletal system ਤੇ ਇੱਕ ਹੈ muscular system। skeletal system 'ਚ ਅਸੀਂ bones ਪੜਾਂਗੇ ਤੇ muscular system 'ਚ ਅਸੀਂ muscles ਬਾਰੇ ਜਾਣਾਂਗੇ। ਇਸ ਵੀਡੀਓ ਦੇ ਵਿੱਚ ਮੈਂ muscular system ਨੂੰ ਡਿਟੇਲ ਦੇ ਵਿੱਚ ਪੜਾਉਣ ਜਾ ਰਹੀ ਹਾਂ, ਜਿਸ ਦੇ ਅੱਗੇ ਸਬ ਪਾਰਟਸ ਨੇ ਮਸਲ, उसका स्ट्रक्चर, कॉन्ट्रैक्टाइल प्रोटीन्स, उन्हां दा स्ट्रक्चर ते मसल कॉन्ट्रैक्शन किवें हुंदी है। ये सारे ही प्रोसैसेस असी सीक्वेंस दे विच पढ़ांगे ते अपने इस मस्कुलर सिस्टम दे बारे जानकारी शुरू करते हैं। देखो, जिवें असीं सारे जानते हैं, मूवमेंट ऑर्गेनिजम्स का एक सिग्निफिकेंट फीचर है। एनीमल्स ते प्लांट्स विच बहुत तरह दी मूवमेंट्स हुंदियां हन। लोअर ऑर्गेनिजम्स दे विच भी बहुत सारे लोकोमोटिव ऑर्गनस हैं, जिवें अमीबा दे विच सूडोपोडिया, जिन्हां नूं असीं फॉल्स फीट भी कहने आ। अमीबा सूडोपोडिया की हेल्प दे नाल अपना भोजन ग्रहण करता है। उसी तरह यूग्लेना फ्लैजिला की मदद नाल लोकोमोशन शो करता है। पैरामीशियम सीलिया की रेगुलर बीटिंग दे नाल मूव हुंदा है ते हाइड्रा टेंटेकल्स की मदद दे नाल ना सिर्फ मूवमेंट करता है, लोकोमोशन करता है ਅਤੇ शिकार ਨੂੰ ਫੜਨ ਲਈ ਜਾਂ शिकार ਤੋਂ ਬਚਣ ਲਈ ਵੀ ਉਸ ਦੀ ਮਦਦ ਲੈਂਦਾ ਹੈ। ਸੋ ਸਾਰੇ ਜਿਹੜੇ ਆਰਗੇਨਿਜ਼ਮਸ ਨੇ ਉਹ ਜ਼ਿਆਦਾਤਰ ਲੋਕੋਮੋਸ਼ਨ ਆਪਣੇ ਫੂਡ ਲਈ, ਆਪਣੇ ਸ਼ੈਲਟਰ ਲਈ, ਮੇਟਿੰਗ ਲਈ, ਫੇਵਰੇਬਲ ਕਲਾਈਮੇਟਿਕ ਕੰਡੀਸ਼ਨਸ ਦੀ ਸਰਚ ਲਈ ਜਾਂ ਫਿਰ ਐਨੀਮੀਜ਼ ਤੇ ਪ੍ਰੈਡੇਟਰਸ ਤੋਂ ਬਚਾਅ ਲਈ ਕਰਦੇ ਹਨ। ਅਸੀਂ ਅਕਸਰ ਇਹ ਦੋ ਟਰਮਸ ਸੁਣਦੇ ਹਾਂ, ਲੋਕੋਮੋਸ਼ਨ ਤੇ ਮੂਵਮੈਂਟ। ਆਓ ਮੈਂ ਪਹਿਲੇ ਤੁਹਾਨੂੰ ਦੱਸਾਂ ਇਹ ਦੋਨਾਂ 'ਚ ਕਿ ਇਹ ਦੋਨੋਂ ਇੱਕੋ ਹੀ ਹਨ ਕਿ ਇਹਨਾਂ 'ਚ ਕੋਈ ਫਰਕ ਹੈ। ਲੋਕੋਮੋਸ਼ਨ ਹੁੰਦੀ ਹੈ ਬੇਟਾ ਜਦੋਂ ਅਸੀਂ ਆਪਣੀ ਬਾਡੀ ਦੀ ਪੋਜੀਸ਼ਨ ਨੂੰ ਚੇਂਜ ਕਰਦੇ ਹਾਂ, ਮਤਲਬ ਪੋਜੀਸ਼ਨ ਜਾਂ ਪਲੇਸ ਅਸੀਂ ਚੇਂਜ ਕਰੀਏ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਗਏ, ਦੈਟ ਇਜ਼ ਲੋਕੋਮੋਸ਼ਨ। ਜਿਵੇਂ ਅਸੀਂ ਸਵਿਮਿੰਗ ਕਰਦੇ ਹਾਂ, ਵਾਕਿੰਗ ਕਰਦੇ ਹਾਂ, ਰਨਿੰਗ ਕਰਦੇ ਹਾਂ, ਫਲਾਈਂਗ ਕਰਦੇ ਹਾਂ, ਕਹਿਣ ਦਾ ਮਤਲਬ ਇਸ ਵਿੱਚ ਡਿਸਪਲੇਸਮੈਂਟ ਹੁੰਦੀ ਹੈ। ਜਦ ਕਿ ਮੂਵਮੈਂਟ, ਜਿਵੇਂ ਸਾਨੂੰ ਪੀਟੀ ਸਰ ਨੇ ਕਰਾਇਆ ਸੀ, ਹੈ ਨਾ, ਖੜੇ ਹੋ ਕੇ ਬਾਹਾਂ ਨੂੰ ਉੱਪਰ ਕਰਨਾ, ਸਾਈਡ ਤੇ ਕਰਨਾ, ਥੱਲੇ ਲੈ ਕੇ ਆਣਾ, ਲੱਤ ਚੁੱਕਣਾ, ਲੱਤ ਨੂੰ ਵਾਪਿਸ ਰੱਖਣਾ, ਇਹ ਸਭ ਕੀ ਹੈ? ਮੂਵਮੈਂਟ। ਮਤਲਬ ਓਨਲੀ ਚੇਂਜ ਇਨ ਦ ਬੋਡੀ ਪੋਸਚਰ। ਇਹਦੇ ਵਿੱਚ ਤੁਹਾਡੀ ਬੋਡੀ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ ਤੱਕ ਨਹੀਂ ਜਾਂਦੀ। ਕਹਿਣ ਦਾ ਮਤਲਬ ਇਸ ਵਿੱਚ ਕੋਈ ਵੀ ਡਿਸਪਲੇਸਮੈਂਟ ਨਹੀਂ ਹੁੰਦੀ। ਜਿਵੇਂ ਖੜੇ ਖੜੇ ਤੁਸੀਂ ਗੋਲਫ ਦੀ ਬਾਲ ਨੂੰ ਕਿੱਕ ਕਰ ਰਹੇ ਹੋ, ਜਾਂ ਫਿਰ ਇੱਕ ਬੰਦਾ अपनी बाजुआं ਨੂੰ ਉੱਪਰ ਕਰ ਰਿਹਾ ਹੈ ਜਾਂ ਦਾਈ ਔਰ ਕਰ ਰਿਹਾ ਹੈ ਜਾਂ ਬਾਈ ਔਰ ਕਰ ਰਿਹਾ ਹੈ, ਇਹ ਸਭ ਕੀ ਹੈ? ਮੂਵਮੈਂਟ। ਸੋ ਇਨ ਦ ਨਟਸ਼ੈਲ ਅਸੀਂ ਕਹਿ ਸਕਦੇ ਹਾਂ all locomotion are movements but all movements are not locomotion। ਓਕੇ ਬੇਟਾ, ਚਲੋ ਹੁਣ ਸਾਡੀ ਬਾਡੀ ਦੇ ਅੰਦਰ ਵੀ ਬਹੁਤ ਸਾਰੀਆਂ ਮੂਵਮੈਂਟਸ ਹੁੰਦੀਆਂ ਨੇ। ਹਿਊਮਨ ਬਾਡੀ ਦੇ ਅੰਦਰ 4 ਤਰ੍ਹਾਂ ਦੀਆਂ ਮੂਵਮੈਂਟਸ ਹੁੰਦੀਆਂ ਨੇ, ਅਮੀਬਾਇਡ ਮੂਵਮੈਂਟ, ਸਿਲਰੀ ਮੂਵਮੈਂਟ, ਫਲੈਜਲੇਟਿਡ ਮੂਵਮੈਂਟ ਤੇ ਮਸਕੂਲਰ ਮੂਵਮੈਂਟ। ਕੀ ਤੁਸੀਂ ਸੋਚ ਸਕਦੇ ਹੋ ਸਾਡੀ ਹਿਊਮਨ ਬਾਡੀ ਦੇ ਵਿੱਚ ਅਮੀਬਾਇਡ ਮੂਵਮੈਂਟ ਕਿੱਥੇ ਹੁੰਦੀ ਹੈ? ਰਾਈਟ, WBC, ਜਿਨ੍ਹਾਂ ਨੂੰ ਅਸੀਂ ਸਫੇਦ ਲਹੂ ਸੈੱਲ ਕਹਿੰਦੇ ਆ, ਉਹ ਤੇ ਮੈਕਰੋਫਾਜਸ, ਇਹ ਦੋਨੋਂ ਹੀ ਬਲੱਡ ਸਟਰੀਮ ਤੋਂ ਬਿਲਕੁਲ ਬਾਹਰ ਨੂੰ ਨਿਕਲ ਆਉਂਦੇ ਨੇ ਅਮੀਬਾਇਡ ਮੂਵਮੈਂਟਸ ਦੇ ਨਾਲ, ਜਿਸ ਪ੍ਰੋਸੈਸ ਨੂੰ ਅਸੀਂ ਡਾਇਪੇਡਸਿਸ ਵੀ ਕਹਿੰਦੇ ਆ। ਸਿਲਰੀ ਮੂਵਮੈਂਟ ਸਾਡੀ ਟ੍ਰੈਕੀਆ ਦੇ ਅੰਦਰ, ਜਦੋਂ ਟ੍ਰੈਕੀਆ ਦੇ ਅੰਦਰ ਕੋਈ ਡਸਟ ਪਾਰਟੀਕਲਸ ਜਾਂ ਕੋਈ ਫੋਰਨ ਪਾਰਟੀਕਲਸ ਚਲੇ ਜਾਂਦੇ ਨੇ ਤੇ ਇਹ ਜਿਹੜੇ ਸਾਡੇ ਟਿਊਬੂਲਰ ਸਟਰਕਚਰ ਹੈ, ਜਿਹੜਾ ਸਾਡੇ ਜਿਹੜਾ ਟ੍ਰੈਕੀਆ ਹੈ ਉਹਦੇ ਅੰਦਰ ਇਹ ਜਿਹੜੇ ਸੀਲੀਆ ਹੈ ਉਹ ਬੀਟ ਕਰਦੇ ਨੇ ਯੂਨੀਡਾਇਰੈਕਸ਼ਨਲ, ਸਿਰਫ ਇੱਕ ਡਾਇਰੈਕਸ਼ਨ ਵੱਲ। ਇਸ ਲਈ ਸਾਡਾ ਮਿਊਕਸ ਜਾਂ ਜਿਹੜੀ ਡਸਟ ਹੈ ਜਾਂ ਡਰਟ ਪਾਰਟੀਕਲਸ ਹੈ ਉਹ ਬਾਡੀ ਚੋਂ ਬਾਹਰ ਐਕਸਪੈਲ ਹੋ ਜਾਂਦੇ ਨੇ। ਇਸੇ ਤਰ੍ਹਾਂ ਫੈਲੋਪੀਅਨ ਟਿਊਬਸ ਦੇ ਅੰਦਰ ਤੁਸੀਂ ਜਾਣਦੇ ਹੋ ਜਿਹੜਾ ਓਵਮ ਹੈ ਉਹ ਮੂਵ ਕਰਦਾ ਹੈ ਫੈਲੋਪੀਅਨ ਟਿਊਬ 'ਚ ਇਨਫੰਡੂਬਲਮ ਤੋਂ ਲੈ ਕੇ ਇਸਥਮਸ ਤੱਕ। ਕਿਸ ਤਰ੍ਹਾਂ ਜਾਂਦਾ ਹੈ? ਸੀਲੀਏਰੀ ਮੂਵਮੈਂਟ ਦੇ ਨਾਲ ਹੀ। ਨੰਬਰ 3 ਇਜ਼ ਫਲੈਜਲੇਟਿਡ ਮੂਵਮੈਂਟ। ਹਿਊਮਨ ਮੇਲ ਸਿਸਟਮ ਦੇ ਅੰਦਰ, ਰੀਪਰੋਡਕਟਿਵ ਸਿਸਟਮ ਦੇ ਅੰਦਰ ਜਿਹੜਾ ਸਪਰਮ ਹੈ ਉਹ ਵੀ ਇੱਕ ਫਲੈਜਲੇਟਿਡ ਮੂਵਮੈਂਟ ਸ਼ੋ ਕਰਦਾ ਹੈ ਆਪਣਾ ਪੈਸੇਜ ਕਵਰ ਕਰਨ ਲਈ, ਓਵਮ ਤੱਕ ਜਾਣ ਲਈ। ਲਾਸਟ ਵਨ ਇਜ਼ ਮਸਕੂਲਰ ਮੂਵਮੈਂਟਸ। ਸਾਡੇ ਸਾਰੇ ਲਿੰਬਸ, ਸਾਡੀ ਜਿਹੜੀਆਂ ਜੌਜ਼ ਨੇ, ਜਿਹੜੇ ਆਈਲਿਡਸ ਨੇ, ਟੰਗ ਹੈ, ਇਹ ਸਭ ਮਸਕੂਲਰ ਮੂਵਮੈਂਟ ਸ਼ੋ ਕਰਦੀਆਂ ਹਨ। ਇਸ ਚੈਪਟਰ ਦੇ ਵਿੱਚ ਅਸੀਂ ਇਹ ਮਸਕੂਲਰ ਮੂਵਮੈਂਟਸ ਨੂੰ ਡਿਟੇਲ ਵਿੱਚ ਪੜਾਂਗੇ। ਆਓ ਹੁਣ ਇਹਨੂੰ ਸ਼ੁਰੂ ਕਰੀਏ। ਮਸਲਸ ਕੀ ਹੁੰਦੀਆਂ ਨੇ ਤੇ ਕਿੰਨੀਆਂ ਹੁੰਦੀਆਂ ਨੇ? ਜਿਹੜੀ ਮਸਲਸ ਹੈ ਉਹ ਇੱਕ ਸਪੈਸ਼ਲ ਟਾਈਪ ਦਾ ਕਨੈਕਟਿਵ ਟਿਸ਼ੂ ਹੈ, ਜੋੜਕ ਟਿਸ਼ੂ। ਅਸੀਂ ਪੜਿਆ ਸੀ
ਇਹ ਮੀਜ਼ੋਡਰਮਲ ਹੁੰਦੇ ਹਨ ਓਰੀਜਨ ਦੇ ਅੰਦਰ। ਇੱਕ ਹਿਊਮਨ ਬੋਡੀ ਦੇ ਅੰਦਰ 639 ਮਸਲਸ ਨੇ ਜੋ ਕਿ ਸਾਡੀ ਬੋਡੀ ਦਾ 40 ਤੋਂ 50% ਬੋਡੀ weight ਬਣਾਉਂਦੀਆਂ ਹਨ। ਮਸਲਸ ਦੀ 4 ਖਾਸੀਅਤ ਹੈ। ਫਸਟ ਵਨ ਇਜ਼ ਐਕਸਾਈਟੇਬਿਲਿਟੀ, ਮਤਲਬ ਜਿਵੇਂ ਹੀ ਨਰਵ ਦਾ ਸਿਗਨਲ ਆਏਗਾ ਇਹ ਉਤੇਜਨਸ਼ੀਲ ਹੋ ਜਾਂਦੀਆਂ ਨੇ। ਸੈਕੰਡ ਇਜ਼ ਕੰਟਰੈਕਟਿਲਿਟੀ, ਮਤਲਬ ਇਹ ਸੁੰਗੜ ਜਾਂਦੀਆਂ ਨੇ। ਐਕਸਟੈਂਸਿਬਿਲਿਟੀ, ਮਤਲਬ ਇਹ ਖਿੱਚਣ ਯੋਗ ਹੁੰਦੀਆਂ ਹਨ। ਤੇ ਲਾਸਟ ਇਜ਼ ਇਲਾਸਟਿਸਿਟੀ, ਜਿਹਨੂੰ ਅਸੀਂ ਲਚਕਤਾ ਕਹਿੰਦੇ ਹਾਂ। ਜਿਵੇਂ ਸਾਡੇ ਜਿਮਨਾਸਟਿਕਸ ਜਿਹੜੇ ਹੁੰਦੇ ਨੇ ਜਾਂ ਕੋਈ ਜਿਹੜੇ ਐਥਲੀਟਸ ਹੁੰਦੇ ਨੇ ਉਹਨਾਂ ਦੀ ਜਿਹੜੀ ਮਸਲਸ ਹੈ ਉਹ ਬਹੁਤ ਜ਼ਿਆਦਾ ਇਲਾਸਟਿਕਸਿਟੀ ਹੁੰਦੀ ਉਹਨਾਂ ਦੇ ਵਿੱਚ। ਸੋ ਲੋਕੇਸ਼ਨ ਦੇ ਬੇਸਿਸ ਤੇ ਮਸਲਸ ਇਹ ਕਿੱਥੇ ਕਿੱਥੇ ਸਥਿਤ ਹਨ, ਇਹਨਾਂ ਦੇ ਬੇਸਿਸ ਤੇ ਮਸਲਸ 3 ਤਰ੍ਹਾਂ ਦੀਆਂ ਨੇ। ਇੱਕ ਸਕੈਲੇਟਲ ਮਸਲ, ਸਮੂਥ ਮਸਲਸ ਤੇ ਕਾਰਡੀਅਕ ਮਸਲਸ। ਸਕੈਲੇਟਲ ਮਸਲਸ ਸਾਡੀਆਂ ਲਿੰਬਸ ਦੇ ਅੰਦਰ, ਸਾਡੀਆਂ ਬੋਨਸ ਦੇ ਅੰਦਰ, ਮਤਲਬ ਆਰਮਸ ਤੇ ਲੈਗਸ ਦੀਆਂ ਬੋਨਸ ਦੇ ਅੰਦਰ ਸਕੈਲੇਟਲ ਮਸਲਸ ਹੁੰਦੀਆਂ ਨੇ। ਸਮੂਥ ਮਸਲ ਸਾਡੇ ਇੰਟਰਨਲ ਆਰਗਨਸ ਦੇ ਵਿੱਚ ਹੁੰਦੀਆਂ ਨੇ ਤੇ ਕਾਰਡੀਅਕ ਮਸਲਸ ਜਿਵੇਂ ਨਾਮ ਤੋਂ ਪਤਾ ਲੱਗ ਰਿਹਾ ਹੈ ਸਾਡੇ ਦਿਲ ਦੇ ਅੰਦਰ ਹੁੰਦੀਆਂ ਨੇ। ਆਓ ਇਹਨਾਂ ਬਾਰੇ ਕੁਝ ਜਾਣਕਾਰੀ ਹੋਰ ਲਈਏ। ਸਕੈਲੇਟਲ ਮਸਲਸ ਬੇਟਾ ਬੋਨ ਆਫ ਲਿੰਬਸ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ। ਸਮੂਥ ਮਸਲਸ ਇੰਟਰਨਲ ਆਰਗਨਸ 'ਚ ਹੁੰਦੀਆਂ ਨੇ ਤੇ ਕਾਰਡੀਅਕ ਮਸਲਸ ਹਾਰਟ 'ਚ ਹੁੰਦੀਆਂ ਨੇ। ਸਕੈਲੇਟਲ ਮਸਲਸ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉਹ ਸਟਰਾਈਟਡ ਹੁੰਦੀਆਂ ਨੇ, ਉਹਨਾਂ ਦੇ ਵਿੱਚ ਡਾਰਕ ਐਂਡ ਲਾਈਟ ਬੈਂਡਸ ਹੁੰਦੇ ਨੇ, ਤੁਸੀਂ ਦੇਖ ਪਾ ਰਹੇ ਹੋ ਥੱਲੇ ਡਾਇਗਰਾਮ ਦੇ ਵਿੱਚ। ਸਮੂਥ ਮਸਲ 'ਚ ਇਸ ਤਰ੍ਹਾਂ ਦੇ ਕੋਈ ਵੀ ਡਾਰਕ ਤੇ ਲਾਈਟ ਬੈਂਡਸ ਨਹੀਂ ਸ਼ੋ ਹੁੰਦੇ, ਇਸ ਲਈ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਦੇ ਆਰ ਅਨਸਟਰਾਈਟਡ। ਕਾਰਡੀਅਕ ਮਸਲਸ ਦੇ ਅੰਦਰ ਵੀ ਕੁਝ ਸਟਰਾਈਸ਼ਨਸ ਹੁੰਦੀਆਂ ਨੇ, ਇਹ ਵੀ ਬੈਂਡਸ ਸ਼ੋ ਕਰਦੇ ਹਨ। ਨੇਚਰ ਵਾਈਜ਼ ਸਕੈਲੇਟਲ ਮਸਲ ਸਾਡੀ ਕੰਟਰੋਲ ਦੇ ਅੰਡਰ ਹੁੰਦੀਆਂ ਨੇ, ਇਸ ਲਈ ਅਸੀਂ ਇਹਨਾਂ ਦਾ ਦੂਸਰਾ ਨਾਮ ਵੋਲੰਟਰੀ ਮਸਲਸ ਵੀ ਹੈ। ਜਦਕਿ ਸਮੂਥ ਮਸਲਸ ਸਾਡੇ ਕੰਟਰੋਲ ਦੇ ਅੰਡਰ ਨਹੀਂ ਹਨ, ਇਸ ਲਈ ਅਸੀਂ ਇਹਨਾਂ ਨੂੰ ਇਨਵੋਲੰਟਰੀ ਮਸਲਸ ਕਹਿੰਦੇ ਹਾਂ। ਕਾਰਡੀਅਕ ਮਸਲ ਸਾਡੀ ਜਿਹੜੀ ਦਿਲ ਦੀ ਪੇਸ਼ੀਆਂ ਹਨ ਉਹ ਵੀ ਸਾਡੇ ਕੰਟਰੋਲ ਦੇ ਅੰਡਰ ਨਹੀਂ ਹਨ, ਇਸ ਲਈ ਅਸੀਂ ਉਹਨਾਂ ਨੂੰ ਵੀ ਇਨਵੋਲੰਟਰੀ ਕਹਿੰਦੇ ਹਾਂ। ਜਿਹੜਾ ਸਕੈਲੇਟਲ ਮਸਲਸ ਹਨ ਇਹਨਾਂ ਦਾ ਖਾਸ ਕੰਮ ਕੀ ਹੈ, ਸਾਡੀ ਬੋਡੀ ਪੋਸਚਰ ਨੂੰ ਚੇਂਜ ਕਰਨਾ। ਮਤਲਬ ਅਸੀਂ ਲੈਗ ਦੀ ਮੂਵਮੈਂਟ ਕਰਨੀ ਹੈ, ਆਰਮ ਦੀ ਮੂਵਮੈਂਟ ਕਰਨੀ ਹੈ, ਸਕੈਲੇਟਲ ਮਸਲ ਹੀ ਉਸ ਵਿੱਚ ਕੰਮ ਕਰਦੀ ਹੈ। ਸਮੂਥ ਮਸਲਸ ਟਰਾਂਸਪੋਰਟ ਲਈ ਕੰਮ ਕਰਦੀ ਹੈ। ਕਿਸ ਤਰ੍ਹਾਂ ਟਰਾਂਸਪੋਰਟ, ਜਿਵੇਂ ਸਾਡੇ ਐਲੀਮੈਂਟਰੀ ਕੈਨਾਲ ਦੇ ਵਿੱਚ ਫੂਡ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ ਉਹਦੇ ਵਿੱਚ ਕੰਮ ਕਰਦੀ ਹੈ। ਰੀਪਰੋਡਕਟਿਵ ਟਰੈਕਟ ਦੀਆਂ ਜਿਹੜੀ ਇਨਰ ਵਾਲਸ ਨੇ ਉਹਦੇ ਅੰਦਰ ਸਮੂਥ ਮਸਲਸ ਹੁੰਦੀਆਂ ਨੇ। ਸੋ ਦਿਸ ਹੈਲਪਸ ਇਨ ਟਰਾਂਸਪੋਰਟੇਸ਼ਨ। ਕਾਰਡੀਅਕ ਮਸਲਸ ਕੰਟਰੈਕਸ਼ਨ ਤੇ ਰਿਲੈਕਸੇਸ਼ਨ, ਹਾਰਟ ਦੀ ਕੰਟਰੈਕਸ਼ਨ ਦੇ ਵਿੱਚ ਹੈਲਪ ਕਰਦੀਆਂ ਨੇ। ਬ੍ਰਾਂਚਿੰਗ ਤੁਸੀਂ ਡਾਇਗਰਾਮ ਤੋਂ ਦੇਖ ਸਕਦੇ ਹੋ, ਸਕੈਲੇਟਲ ਮਸਲ ਸਿੱਧੇ ਸਿੱਧੇ ਸਿਲੰਡਰੀਕਲ ਸ਼ੇਪ ਦੇ ਨੇ ਤੇ ਇਹਨਾਂ ਵਿੱਚ ਕੋਈ ਵੀ ਬ੍ਰਾਂਚਿਸ ਨਹੀਂ ਹੈ, ਜਦਕਿ ਜਿਹੜੀ ਸਮੂਥ ਮਸਲਸ ਨੇ ਇਹਨਾਂ ਵਿੱਚ ਵੀ ਕੋਈ ਬ੍ਰਾਂਚਿੰਗ ਨਹੀਂ ਹੈ। ਕਾਰਡੀਅਕ ਮਸਲਸ ਦੇ ਵਿੱਚ ਬ੍ਰਾਂਚਿਸ ਹੈ, ਇਹ ਦੇਖ ਪਾ ਰਹੇ ਹੋ ਤੁਸੀਂ, ਇਹਨਾਂ ਦੇ ਵਿੱਚ ਬ੍ਰਾਂਚਿਸ ਹੈ। ਸ਼ੇਪ, ਸਕੈਲੇਟਲ ਮਸਲ ਦੀ ਸ਼ੇਪ ਬਿਲਕੁਲ ਸਿਲੰਡਰੀਕਲ ਹੈ, ਇਹ ਵੇਲਨਾਕਾਰ ਸ਼ੇਪ ਹੈ। ਸਮੂਥ ਮਸਲ ਨੂੰ ਸਪਿੰਡਲ ਸ਼ੇਪ ਹੈ ਜਾਂ ਇਸ ਨੂੰ ਅਸੀਂ ਫਿਊਜ਼ੀਫਾਰਮ ਵੀ ਕਹਿੰਦੇ ਹਾਂ। ਕਾਰਡੀਅਕ ਮਸਲ ਫਿਰ ਸਿਲੰਡਰੀਕਲ ਸ਼ੇਪ ਹੀ ਹੈ। ਨਿਊਕਲੀਅਸ ਦੇ ਬੇਸਿਸ ਤੇ ਜਿਹੜਾ ਸਕੈਲੇਟਲ ਮਸਲ ਹੈ ਮਲਟੀ ਨਿਊਕਲੀਏਟਡ ਹੈ। ਤੁਸੀਂ ਦੇਖ ਰਹੇ ਹੋ ਇੱਕ ਹੀ ਮਸਲ ਦੇ ਅੰਦਰ ਕਿੰਨੇ ਸਾਰੇ ਨਿਊਕਲੀਅਸ ਹੈ। ਇਸ ਸਟੇਜ ਨੂੰ ਅਸੀਂ ਸਿੰਸੀਸ਼ੀਅਮ ਵੀ ਕਹਿੰਦੇ ਹਾਂ। ਸੋ ਸਕੈਲੇਟਲ ਮਸਲ ਇਜ਼ ਸਿੰਸੀਸ਼ੀਅਮ ਇਨ ਨੇਚਰ, ਜਦਕਿ ਸਮੂਥ ਮਸਲ ਦੇ ਵਿੱਚ ਹਰ ਮਸਲ ਦੇ ਅੰਦਰ, ਸੈਲ ਦੇ ਅੰਦਰ ਓਨਲੀ ਇੱਕ ਨਿਊਕਲੀਅਸ ਹੈ। ਸੋ ਵੀ ਕਾਲ ਇਟ ਐਜ਼ यूनिन्यूक्लिएटेड। Similarly, cardiac muscle is also uninucleated. Okay बेटा, चल ਹੁਣ ਅਸੀਂ ਸਕੈਲੇਟਲ ਮਸਲ ਨੂੰ ਡਿਟੇਲ ਦੇ ਵਿੱਚ ਪੜਨ ਲੱਗੇ ਆ। ਸਕੈਲੇਟਲ ਮਸਲ ਬਹੁਤ ਸਾਰੇ ਮਸਲ ਬੰਡਲਸ ਦੇ ਬਣੇ ਹੁੰਦੇ ਆ। ਜਿਵੇਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ, ਇਹਦੇ ਵਿੱਚ ਕਿੰਨੇ ਮਸਲ ਬੰਡਲਸ ਸ਼ੋ ਕੀਤੇ ਗਏ ਨੇ। ਦਿਸ ਇਜ਼ ਮਸਲ ਬੰਡਲ 2, 3, 4 ਐਂਡ ਦਿਸ ਵਨ ਇਜ਼ 5। ਸੋ ਮਸਲ ਬੰਡਲਸ 5 ਬੰਡਲਸ ਇਸ ਡਾਇਗਰਾਮ ਵਿੱਚ ਦਿਖ ਰਹੇ ਨੇ। ਇਹ ਮਸਲ ਬੰਡਲਸ ਦਾ ਦੂਸਰਾ ਨਾਮ ਕੀ ਹੁੰਦਾ ਹੈ, ਫੈਸਿਕਲ। ਇਹ ਮਸਲ ਜਿਹੜੇ ਬੰਡਲਸ ਨੇ ਇਹਨਾਂ ਦੇ ਅੰਦਰ ਕੀ ਨੇ, ਇਹ ਜਿਹੜੇ ਤੁਹਾਨੂੰ ਇਹਦੇ ਵਿੱਚ ਨਜ਼ਰ ਆ ਰਹੇ ਨੇ, ਇੱਕ ਸੈਕਿੰਡ ਬੇਟਾ, ਇਹ ਮਸਲ ਬੰਡਲਸ ਦੇ ਅੰਦਰ ਜੋ ਸਾਨੂੰ ਇਹ ਨਜ਼ਰ ਆ ਰਹੇ ਨੇ 1 2 3 4 5 6 7 8 9 10 11, ਇਹ ਜਿਹੜੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਅਸੀਂ ਮਸਲ ਫਾਈਬਰਸ ਕਹਿੰਦੇ ਹਾਂ। ਇਹ ਮਸਲ ਫਾਈਬਰਸ ਬਹੁਤ ਸਾਰੇ ਹੁੰਦੇ ਨੇ ਇੱਕ ਮਸਕੂਲਰ ਬੰਡਲ ਦੇ ਅੰਦਰ, ਤੇ ਇਹਨਾਂ ਦੇ ਬਾਹਰ ਜਿਹੜੀ ਸਰਾਊਂਡਿੰਗ ਹੈ ਇਸ ਨੂੰ ਅਸੀਂ ਕਹਿੰਦੇ ਆ ਸਾਰਕੋਲੈਮਾ। ਕੀ ਕਹਿੰਦੇ ਆ, ਸਾਰਕੋਲੈਮਾ। ਇਹਨਾਂ ਦੇ ਅੰਦਰ ਜਿਹੜਾ ਫਲੂਇਡ ਹੈ ਉਸ ਨੂੰ ਅਸੀਂ ਕਹਿੰਦੇ ਆ ਸਾਰਕੋਪਲਾਜ਼ਮ। ਓਕੇ ਬੇਟਾ,
ਜਿਹੜੇ ਸਾਰਕੋਪਲਾਜ਼ਮ ਹੈ ਇਹਨਾਂ ਦੇ ਅੰਦਰ ਬਹੁਤ ਸਾਰੇ ਮਾਈਕਰੋਫਾਈਬਰਲਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਾਇਓਫਾਈਬਰਲਸ ਜਾਂ ਮਾਇਓਫਿਲਾਮੈਂਟਸ ਵੀ ਕਹਿੰਦੇ ਆ। ਇਹ ਮਾਇਓਫਾਈਬਰਲ ਹੀ ਹੈ ਜਿਹੜੇ ਡਾਰਕ ਤੇ ਲਾਈਟ ਬੈਂਡ ਸ਼ੋ ਕਰਦੇ ਨੇ। ਇਹਨਾਂ ਵਿੱਚ ਬਹੁਤ ਸਾਰੇ ਤੁਹਾਨੂੰ ਡਾਰਕ ਬੈਂਡਸ ਤੇ ਲਾਈਟ ਬੈਂਡਸ ਨਜ਼ਰ ਆਣਗੇ। ਸੋ ਹਜੇ ਤੱਕ ਅਸੀਂ ਕੀ ਸਮਝਿਆ? ਸਕੈਲੇਟਲ ਮਸਲ। ਸਕੈਲੇਟਲ ਮਸਲ ਕੀ ਹੈ? ਬਹੁਤ ਸਾਰੇ ਮਸਕੂਲਰ ਬੰਡਲਸ ਦਾ ਬਣਿਆ। ਮਸਕੂਲਰ ਬੰਡਲਸ ਕਾਹਦਾ ਬਣਿਆ? ਮਸਲ ਫਾਈਬਰਸ ਦਾ। ਸੋ ਫਸਟ ਇਜ਼ ਮਸਲ। Muscle is made up of muscle bundles. Muscle bundles is made up of muscle fibers and ਸੋ ਬੇਟਾ ਮਾਇਓਫਾਈਬਰਲ ਦੇ ਅੰਦਰ ਬਹੁਤ ਸਾਰੇ ਆਲਟਰਨੇਟ ਡਾਰਕ ਅਤੇ ਲਾਈਟ ਬੈਂਡਸ ਹੁੰਦੇ ਹਨ। ਇਹ ਸਟ੍ਰਾਈਟਡ ਅਪੀਅਰੈਂਸ ਦੋ ਇੰਪੋਰਟੈਂਟ ਪ੍ਰੋਟੀਨਸ ਐਕਟਿਨ ਤੇ ਮਾਇਓਸਿਨ ਦੇ ਕਾਰਨ ਹੁੰਦੀ ਹੈ। ਲਾਈਟ ਬੈਂਡਸ ਪੱਟੀਆਂ ਦੇ ਵਿੱਚ ਐਕਟਿਨ ਹੁੰਦਾ ਹੈ ਜਿਸ ਨੂੰ ਆਈ ਬੈਂਡ ਕਹਿੰਦੇ ਆ। ਆਈ ਦਾ ਮਤਲਬ ਆਈਸੋਟ੍ਰੋਪਿਕ ਬੈਂਡ, ਜਦਕਿ ਡਾਰਕ ਬੈਂਡਸ ਨੂੰ ਏ ਬੈਂਡ ਕਹਿੰਦੇ ਹੈ ਜਿਸ ਨੂੰ ਏ ਬੈਂਡ ਦਾ ਮਤਲਬ ਐਨਆਈਸੋਟ੍ਰੋਪਿਕ। ਜਿਵੇਂ ਹੁਣ ਇਸ ਡਾਇਗਰਾਮ ਦੇ ਵਿੱਚੋਂ ਦੇਖੋ ਤੁਹਾਨੂੰ ਪਤਾ ਲੱਗੇਗਾ ਇਹ ਜਿਹੜਾ ਹੈ ਇਹ ਬਹੁਤ ਡਾਰਕ ਹਿੱਸਾ, ਰਾਈਟ। ਇੱਥੇ ਮਾਇਓਸਿਨ ਰੈੱਡ ਕਲਰ ਦੇ ਫਿਲਾਮੈਂਟਸ ਤੇ ਬਲੂ ਕਲਰ ਦੀ ਲਾਈਨਸ, ਇਹ ਐਕਟਿਨ ਫਿਲਾਮੈਂਟ ਵੀ ਨਾਲ ਹੈ। ਇਹਨਾਂ ਡਾਰਕ ਹਿੱਸੇ ਨੂੰ ਅਸੀਂ ਐਨਆਈਸੋਟ੍ਰੋਪਿਕ ਕਹਿੰਦੇ ਆ। ਐਨਆਈਸੋਟ੍ਰੋਪਿਕ ਕਿਉਂ ਕਹਿੰਦੇ ਆ? ਕਿਉਂਕਿ ਇੱਥੇ ਦੋ ਰਿਫਰੈਕਟਿਵ ਇੰਡੈਕਸ ਨੇ, ਇੱਕ ਐਕਟਿਨ ਫਿਲਾਮੈਂਟ ਦਾ ਰਿਫਰੈਕਟਿਵ ਇੰਡੈਕਸ ਤੇ ਇੱਕ ਮਾਇਓਸਿਨ ਦਾ। ਇਸ ਲਈ ਅਸੀਂ ਇਹਨੂੰ ਐਨਆਈਸੋਟ੍ਰੋਪਿਕ ਬੈਂਡ ਕਹਿੰਦੇ ਆ। ਜਦਕਿ ਇਹ ਜਿਹੜਾ ਹਿੱਸਾ ਹੈ ਸਾਈਡਸ ਵਾਲਾ ਇਹ ਲਾਈਟਰ ਨਜ਼ਰ ਆ ਰਿਹਾ ਹੈ, ਹਲਕੇ ਰੰਗ ਦਾ ਨਜ਼ਰ ਆ ਰਿਹਾ ਹੈ, ਇਸ ਲਈ ਅਸੀਂ ਇਹਨਾਂ ਨੂੰ ਆਈਸੋਟ੍ਰੋਪਿਕ ਜਾਂ ਲਾਈਟ ਬੈਂਡ ਕਹਿੰਦੇ ਆ। ਇਹ ਆਈਸੋਟ੍ਰੋਪਿਕ ਕਿਉਂ? ਕਿਉਂਕਿ ਇੱਥੇ ਇੱਕੋ ਹੀ ਰਿਫਰੈਕਟਿਵ ਇੰਡੈਕਸ ਹੈ ਸਿਰਫ ਤੇ ਸਿਰਫ ਐਕਟਿਨ ਫਿਲਾਮੈਂਟਸ ਦਾ। ਹੁਣ ਤੁਸੀਂ ਦੇਖ ਪਾ ਰਹੇ ਹੋਗੇ ਇੱਥੇ ਐਕਟਿਨ ਫਿਲਾਮੈਂਟ ਤੇ ਮਾਇਓਸਿਨ ਫਿਲਾਮੈਂਟ, ਐਕਟਿਨ ਫਿਲਾਮੈਂਟ ਤੇ ਮਾਇਓਸਿਨ ਫਿਲਾਮੈਂਟ ਇੱਕ ਦੂਸਰੇ ਨੂੰ ਓਵਰਲੈਪ ਕਰ ਰਿਹਾ ਹੈ। ਜਿੱਥੇ ਇਹ ਓਵਰਲੈਪਿੰਗ ਜ਼ੋਨਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਓ ਜ਼ੋਨ ਕਹਿੰਦੇ ਹਾਂ, ਓ ਜ਼ੋਨ। ਓਕੇ, ਜਿੱਥੇ ਓਵਰਲੈਪ ਕਰਦਾ ਹੈ ਐਕਟਿਨ ਮਾਇਓਸਿਨ ਨੂੰ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ? ਓ ਜ਼ੋਨਸ। ਤੇ ਜਿੱਥੇ ਸਿਰਫ ਇੰਨਾ ਹਿੱਸਾ ਹੈ ਜਿੱਥੇ ਸਿਰਫ ਤੇ ਸਿਰਫ ਮਾਇਓਸਿਨ ਬੈਂਡ ਹੈ, देयर इज नो अदर एक्टिन ਫਿਲਾਮੈਂਟ, ਇਸ ਹਿੱਸੇ ਨੂੰ ਅਸੀਂ ਐਚ ਜ਼ੋਨ ਕਹਿੰਦੇ ਹਾਂ, ਰਾਈਟ। ਸੋ ਇੰਨਾ ਸਮਝ ਆ ਗਿਆ? ਠੀਕ ਹੈ। ਹੁਣ ਇਸ ਤੋਂ ਬਾਅਦ ਅਸੀਂ ਕਰਾਂਗੇ ਜਿਹੜੇ ਐਕਟਿਨ ਫਿਲਾਮੈਂਟਸ ਹੈ, ਐਕਟਿਨ ਫਿਲਾਮੈਂਟਸ ਨੂੰ ਇੱਕ ਜ਼ਿਗਜ਼ੈਗ ਲਾਈਨ ਨੇ ਹੋਲਡ ਕੀਤਾ ਹੋਇਆ ਹੈ ਦੋਨੋਂ ਐਂਡਸ ਤੇ। ਇਸ ਨੂੰ ਅਸੀਂ ਜ਼ੈਡ ਡਿਸਕ ਕਹਿੰਦੇ ਆ ਜਾਂ ਜ਼ੈਡ ਲਾਈਨ ਕਹਿੰਦੇ ਆ। ਇਹ ਜ਼ੈਡ ਡਿਸਕ ਐਕਟਿਨ ਫਿਲਾਮੈਂਟਸ ਨੂੰ ਟਾਈਟਲੀ ਹੋਲਡ ਕਰਕੇ ਰੱਖਦੀ ਹੈ। ਇਸੇ ਤਰ੍ਹਾਂ ਮਾਇਓਸਿਨ ਜਿਹੜਾ ਮੋਟੂ ਬੈਂਡ ਹੈ, ਜਿਹੜਾ ਇੱਥੇ ਮੋਟਾ ਫਿਲਾਮੈਂਟ ਹੈ, ਥਿਕ ਫਿਲਾਮੈਂਟ ਹੈ, ਉਹਨੂੰ ਵੀ ਇੱਕ ਲਾਈਨ ਨੇ ਹੋਲਡ ਕਰਕੇ ਰੱਖਿਆ ਹੁੰਦਾ ਹੈ ਜਿਸ ਨੂੰ ਅਸੀਂ ਐਮ ਲਾਈਨ ਕਹਿੰਦੇ ਹਾਂ। ਕੀ ਕਹਿੰਦੇ ਆ? ਐਮ ਲਾਈਨ। ਓਕੇ, ਸੋ ਇੱਥੋਂ ਸਾਨੂੰ ਪਤਾ ਲੱਗਾ ਕਿ ਜਿਹੜਾ ਇੱਕ ਜ਼ੈਡ ਡਿਸਕ ਤੇ ਦੂਸਰੀ ਜ਼ੈਡ ਡਿਸਕ, ਇਹ ਦੋਨਾਂ ਦੇ ਵਿਚਕਾਰ ਦਾ ਜਿਹੜਾ ਇੰਟਰਵਲ ਹੈ ਇਸ ਨੂੰ ਅਸੀਂ ਇੱਕ ਸਾਰਕੋਮੀਅਰ ਕਹਿੰਦੇ ਆ। So one sarcomere is the distance between one Z disc to the other Z disc. Okay, so it means it has half I band, one full A band and half I band. So sarcomere is equals to one I band plus one A band. Okay, right. ਸੋ ਹਜੇ ਤੱਕ ਅਸੀਂ ਕੀਤਾ ਇੱਕ ਵਾਰੀ ਰੀਕੈਪ ਕਰਦੇ ਹਾਂ। ਪਹਿਲੇ ਅਸੀਂ ਕੀਤਾ ਫੰਕਸ਼ਨਲ ਯੂਨਿਟ ਆਫ ਮਸਲ ਸੈਲ ਕੀ ਹੈ? ਸਾਰਕੋਮੀਅਰ। ਸਾਰਕੋਮੀਅਰ ਕੀ ਹੁੰਦਾ ਹੈ? ਦੋ ਜ਼ੈਡ ਡਿਸਕ ਦੇ ਵਿਚਕਾਰ ਦਾ ਡਿਸਟੈਂਸ। ਜ਼ੈਡ ਡਿਸਕ ਕੀ ਹੈ? ਜਿਹੜੀ ਕਿ ਇਹਨਾਂ ਐਕਟਿਨ ਫਿਲਾਮੈਂਟਸ ਨੂੰ ਹੋਲਡ ਕਰਕੇ ਰੱਖਦੀ ਹੈ, ਉਹਨਾਂ ਨੂੰ ਅਸੀਂ ਜ਼ੈਡ ਡਿਸਕ ਕਹਿੰਦੇ ਆ। ਇਸੇ ਤਰ੍ਹਾਂ ਜਿਹੜੀ ਐਮ ਬੈਂਡਸ ਨੂੰ, ਮਾਇਓਸਿਨ ਫਿਲਾਮੈਂਟਸ ਨੂੰ ਹੋਲਡ ਕਰਕੇ ਰੱਖਦੀ ਹੈ, ਉਸ ਨੂੰ ਅਸੀਂ ਐਮ ਬੈਂਡ ਕਹਿੰਦੇ ਆ। ਜਿੰਨੇ ਹਿੱਸੇ ਦੇ ਅੰਦਰ ਸਾਨੂੰ ਸਿਰਫ ਤੇ ਸਿਰਫ ਐਕਟਿਨ ਫਿਲਾਮੈਂਟਸ ਦਿਖਦੇ ਨੇ, ਰਾਈਟ, ਉਹਨੂੰ ਅਸੀਂ ਕਿਹੜਾ ਬੈਂਡ ਕਹਿੰਦੇ ਆ? ਆਈ ਬੈਂਡ, ਆਈਸੋਟ੍ਰੋਪਿਕ ਬੈਂਡ। ਸਿਮਿਲਰਲੀ ਇੱਧਰ ਐਕਟਿਨ ਫਿਲਾਮੈਂਟਸ ਹੀ ਨੇ, ਇਹਨਾਂ ਨੂੰ ਵੀ ਅਸੀਂ ਆਈ ਬੈਂਡ ਕਵਾਂਗੇ। ਤੇ ਜਿਹੜਾ ਰੀਜਨ ਡਾਰਕ ਨਜ਼ਰ ਆ ਰਿਹਾ ਬਿਕਾਜ਼ ਆਫ ਐਕਟਿਨ ਐਂਡ ਮਾਇਓਸਿਨ, ਅਸੀਂ ਉਹਨੂੰ ਏ ਬੈਂਡ ਕਵਾਂਗੇ, ਐਨ ਆਈਸੋਟ੍ਰੋਪਿਕ ਬੈਂਡ। ਜਿਹੜੇ ਹਿੱਸੇ ਦੇ ਵਿੱਚ ਸਿਰਫ ਮਾਇਓਸਿਨ ਬੈਂਡਸ ਨੇ ਉਹਨਾਂ ਨੂੰ ਅਸੀਂ ਐਚ ਬੈਂਡ ਕਵਾਂਗੇ। ਜਿੱਥੇ ਦੋਨੋਂ ਓਵਰਲੈਪ ਕਰਨਗੇ ਉੱਥੇ ਉਹਨਾਂ ਨੂੰ ਅਸੀਂ ਓ ਬੈਂਡ ਕਵਾਂਗੇ।
फाइन। ਹੁਣ ਅਸੀਂ ਅੱਗੇ ਪੜਾਂਗੇ ਕੰਟਰੈਕਟਾਈਲ ਪ੍ਰੋਟੀਨਸ, ਮਤਲਬ ਜਿਹੜੇ ਐਕਟਿਨ ਤੇ ਮਾਇਓਸਿਨ ਬਾਰੇ ਅਸੀਂ ਪੜ ਰਹੇ ਹਾਂ, ਇਹ ਬੇਸਿਕਲੀ ਹੈ ਕੀ ਨੇ? ਇਹ ਕੰਟਰੈਕਟਾਈਲ ਪ੍ਰੋਟੀਨਸ ਨੇ। ਹਰ ਐਕਟਿਨ ਫਿਲਾਮੈਂਟ, ਦੋ ਫਿਲਾਮੈਂਟਸ ਐਕਟਿਨ ਦੇ ਨਾਲ ਇੱਕ ਦੂਜੇ ਨਾਲ ਹੈਲੀਕਲੀ ਬਾਉਂਡ ਹੁੰਦਾ ਹੈ। ਹੁਣ ਅਸੀਂ ਇਹਨੂੰ ਸਮਝਦੇ ਹਾਂ, ਜਿਹੜਾ ਐਕਟਿਨ ਇਹ ਹੈ ਜੀ ਐਕਟਿਨ, ਮਤਲਬ ਗਲੋਬੂਲਰ ਐਕਟਿਨ। ਇਹ ਜੀਓ ਐਕਟਿਨ ਮੋਲੀਕਿਊਲਸ ਗੋਲੇ ਦੀ ਫਾਰਮ ਦੇ ਵਿੱਚ ਹੁੰਦੇ ਨੇ, ਗਲੋਬਿਊਲਸ ਦੀ ਫਾਰਮ 'ਚ ਹੁੰਦੇ ਨੇ, ਜਿਵੇਂ ਮੋਤੀ ਪਏ ਹੁੰਦੇ। ਮੋਤੀ ਪੋਲੀਮਰਾਈਜ਼ ਹੋ ਕੇ ਦੋ ਫਾਈਬਰਸ ਬਣਾਉਂਦੇ ਨੇ, ਦੋ ਧਾਗੇ ਵਰਗਾ ਸਟਰਕਚਰ ਬਣਾਉਂਦੇ ਨੇ, ਜਿਹੜੇ ਇੱਕ ਦੂਜੇ ਦੇ ਉੱਤੇ ਬਿਲਕੁਲ ਹੈਲੀਕਲੀ ਬਾਉਂਡ ਨੇ। ਇਹਨੂੰ ਅਸੀਂ ਫਾਈਬਰਸ ਐਕਟਿਨ ਕਹਿੰਦੇ ਹਾਂ। ਇਹ ਫਾਈਬਰਸ ਐਕਟਿਨ ਕੀ ਹੈ? ਜੀ ਐਕਟਿਨ ਦਾ ਪੋਲੀਮਰ। ਇਹ ਜਿਹੜਾ ਐਫ ਐਕਟਿਨ ਹੈ, ਇਹਦੇ ਉੱਤੇ ਟ੍ਰੋਪੋਮਾਇਓਸਿਨ, ਇੱਕ ਹੋਰ ਪ੍ਰੋਟੀਨ ਦੀਆਂ ਦੋ ਤੰਦਾਂ ਆਪਸ ਦੇ ਵਿੱਚ ਇਹਦੇ ਉੱਤੇ ਪੂਰੀ ਲੰਬਾਈ ਤੱਕ ਇਹਦੇ ਫੈਲੀਆਂ ਹੁੰਦੀਆਂ ਨੇ, ਰਾਈਟ। ਸੋ ਐਫ ਐਕਟਿਨ ਦੇ ਉੱਤੇ ਟ੍ਰੋਪੋਮਾਇਓਸਿਨ ਦੀਆਂ ਦੋ ਤੰਦਾਂ ਲਪੇਟੀਆਂ ਹੋਈਆਂ ਨੇ, ਤੇ ਜਗ੍ਹਾ ਜਗ੍ਹਾ ਤੇ ਕੁਝ ਨਿਸ਼ਚਿਤ ਸਥਾਨਾਂ ਤੇ ਟ੍ਰੋਪੋਨਿਨ, ਜਿਹੜਾ ਕਿ ਇੱਕ ਟ੍ਰਾਈਮਰ ਹੈ, ਉਹ ਇਹਨਾਂ ਦੇ ਟ੍ਰੋਪੋਮਾਇਓਸਿਨ ਦੇ ਉੱਤੇ ਸਥਿਤ ਹੈ। ਇਸ ਟ੍ਰੋਪੋਨਿਨ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈ। ਟ੍ਰੋਪੋਨਿਨ ਦੇ 3 ਸਬ ਯੂਨਿਟਸ ਹੁੰਦੇ ਨੇ, 3 ਸਬ ਯੂਨਿਟਸ ਹੁੰਦੇ ਨੇ। ਇੱਕ ਜਿਹੜਾ ਕੈਲਸ਼ੀਅਮ ਨੂੰ ਬਾਈਂਡ ਕਰਦਾ ਹੈ, ਤੇ ਇੱਕ ਟ੍ਰੋਪੋਨਿਨ ਦਾ ਇੱਕ ਸਬ ਯੂਨਿਟ ਹੁੰਦਾ ਹੈ ਜਿਹੜਾ ਮਾਇਓਸਿਨ ਨਾਲ ਬੌਂਡਿੰਗ ਬਣਾਉਣ ਵਾਲੀਆਂ ਐਕਟਿਵ ਸਾਈਟਸ ਨੂੰ ਮਾਸਕ ਕਰਕੇ ਰੱਖਦਾ ਹੈ, ਮਤਲਬ ਛੁਪਾ ਕੇ ਰੱਖਦਾ ਹੈ। ਟ੍ਰੋਪੋਨਿਨ ਦਾ ਇੱਕ ਸਬ ਯੂਨਿਟ ਐਕਟਿਨ ਫਿਲਾਮੈਂਟ ਦੇ ਮਾਇਓਸਿਨ ਵਾਲੀ ਜਿਹੜੀ ਬਾਈਂਡਿੰਗ ਸਾਈਟਸ ਨੇ, ਇੱਥੇ ਮਾਇਓਸਿਨ ਬਾਈਂਡਿੰਗ ਸਾਈਟਸ ਹੁੰਦੀਆਂ ਨੇ, ਇੱਥੇ ਟ੍ਰੋਪੋਨਿਨ ਕੀ ਕਰਦਾ ਹੈ? ਉਸ ਨੂੰ ਮਾਸਕ ਕਰਕੇ ਰੱਖਦਾ ਹੈ। ਜਦੋਂ ਤੱਕ ਇਹ ਮਾਸਕ ਹੋਣਗੀਆਂ, ਉਦੋਂ ਤੱਕ ਬਿਲਕੁਲ ਵੀ ਕੰਟਰੈਕਸ਼ਨ ਨਹੀਂ ਹੋ ਪਾਏਗੀ। ਇਸ ਤੋਂ ਬਾਅਦ ਹੁਣ ਅਸੀਂ ਐਕਟਿਨ ਦਾ ਸਟਰਕਚਰ ਪੜ ਚੁੱਕੇ ਹਾਂ। ਇਸ ਤੋਂ ਬਾਅਦ ਹੁਣ ਅਸੀਂ ਅਗਲਾ ਫਿਲਾਮੈਂਟ ਪੜਾਂਗੇ, ਜਿਹਨੂੰ ਅਸੀਂ ਮਾਇਓਸਿਨ ਕਹਿੰਦੇ ਹਾਂ। ਬੇਟਾ ਤੁਹਾਨੂੰ ਹੁਣ ਮੈਂ ਐਕਟਿਨ ਦਾ ਸਟਰਕਚਰ ਇਸ ਵੀਡੀਓ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੀ। ਇਹ ਹੋਏਗਾ ਸਾਡਾ ਐਕਟਿਨ, ਇਹ ਹੋਏਗਾ ਟ੍ਰੋਪੋਮਾਇਓਸਿਨ, ਤੇ ਇਹ ਹੋਏਗਾ ਟ੍ਰੋਪੋਨਿਨ। ਓਕੇ, ਸੋ ਜੀ ਐਕਟਿਨ, ਗਲੋਬੂਲਰ ਐਕਟਿਨ ਦੇ ਛੋਟੇ ਛੋਟੇ ਬੀਡਸ ਮਿਲ ਕੇ ਐਫ ਐਕਟਿਨ, ਫਾਈਬਰਸ ਐਕਟਿਨ ਬਣਾਉਂਦੇ ਨੇ, ਫਿਲਾਮੈਂਟ ਟਾਈਪ ਬਣਾਉਂਦੇ ਨੇ, ਜਿਹੜੇ ਦੋ ਫਿਲਾਮੈਂਟਸ ਜੁੜ ਕੇ ਇਕੱਠੇ ਇੱਕ ਹੈਲੀਕਲ ਬਾਉਂਡ ਸਟਰਕਚਰ ਬਣਾਉਂਦੇ ਨੇ। ਓਕੇ, ਸੋ ਇਹ ਹੋ ਗਿਆ ਸਾਡਾ ਐਫ ਐਕਟਿਨ। ਇਹਦੇ ਉੱਤੇ ਟ੍ਰੋਪੋਮਾਇਓਸਿਨ, ਇੱਕ ਹੋਰ ਪ੍ਰੋਟੀਨ, ਇਹਨਾਂ ਦੀਆਂ ਦੋ ਫਿਲਾਮੈਂਟਸ, ਦੋ ਸਟ੍ਰੈਂਡਸ ਐਫ ਐਕਟਿਨ ਦੇ ਉੱਤੇ ਬਿਲਕੁਲ ਲਿਪਟੇ ਹੁੰਦੇ ਨੇ, ਤੇ ਇਹਦੀ ਪੂਰੀ ਲੰਬਾਈ ਤੱਕ ਫੈਲੇ ਹੁੰਦੇ ਨੇ। ਇਹਨਾਂ ਦੇ ਉੱਤੇ ਟ੍ਰੋਪੋਨਿਨ ਨਾਮ ਦਾ ਪ੍ਰੋਟੀਨ, ਜਿਹੜਾ ਕਿ ਟ੍ਰਾਈਮਰ ਹੈ, ਇਹਦਾ ਇੱਕ ਸਬ ਯੂਨਿਟ ਕੈਲਸ਼ੀਅਮ ਦਾ ਹੁੰਦਾ ਹੈ, ਤੇ ਇੱਕ ਸਬ ਯੂਨਿਟ ਮਾਇਓਸਿਨ ਦੀ ਸਾਈਟ ਨੂੰ ਬਾਈਂਡ ਕਰਕੇ ਰੱਖਦਾ ਹੈ। ਇਹ ਜਿਹੜਾ ਟ੍ਰੋਪੋਨਿਨ ਹੈ, ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਮਸਲ ਕੰਟਰੈਕਸ਼ਨ ਦੇ ਟਾਈਮ ਤੇ। ਜਦ ਤੱਕ ਮਾਇਓਸਿਨ ਬਾਈਂਡਿੰਗ ਸਾਈਟ ਬਲੌਕ ਹੈ, ਉਦੋਂ ਤੱਕ ਐਕਟਿਨ ਉੱਥੇ ਜਾ ਕੇ ਕੰਮ ਨਹੀਂ ਕਰੇਗਾ। ਓਕੇ, ਮਾਇਓਸਿਨ ਇਹਦੇ ਨਾਲ ਅਟੈਚ ਨਹੀਂ ਹੋਏਗਾ। ਜਿਵੇਂ ਕੈਲਸ਼ੀਅਮ ਆ ਕੇ ਇਹਦੇ ਨਾਲ ਅਟੈਚ ਹੋਏਗਾ ਟ੍ਰੋਪੋਨਿਨ ਦੇ ਨਾਲ, ਤੇ ਉਹ ਸਾਈਟਸ ਖੁੱਲ ਜਾਣਗੀਆਂ, ਉਹਦੀ ਮਾਸਕਿੰਗ ਖਤਮ ਹੋ ਜਾਏਗੀ, ਤੇ ਮਾਇਓਸਿਨ ਇੱਥੇ ਆ ਕੇ ਅਟੈਚ ਕਰ ਸਕਦਾ ਹੈ। ਹੁਣ ਅਸੀਂ ਅਗਲਾ ਫਿਲਾਮੈਂਟ ਪੜਾਂਗੇ, ਜਿਹਨੂੰ ਅਸੀਂ ਮਾਇਓਸਿਨ ਕਹਿੰਦੇ ਹਾਂ। ਈਜ਼ੀ ਵੇ ਯਾਦ ਰੱਖਣ ਦਾ, ਮਾਇਓਸਿਨ ਤੋਂ ਮੋਟੂ ਫਿਲਾਮੈਂਟ, ਥਿਕ ਫਿਲਾਮੈਂਟ ਇਜ਼ ਮਾਇਓਸਿਨ। ਮਾਇਓਸਿਨ ਵੀ ਬਹੁਲਕ ਪ੍ਰੋਟੀਨ ਹੁੰਦਾ ਹੈ, ਮਤਲਬ ਇੱਕ ਪੋਲੀਮਰ ਪ੍ਰੋਟੀਨ ਹੈ। ਇਹ ਕਿੱਥੋਂ ਬਣਿਆ ਹੈ? ਇਹ ਮੇਰੋਮਾਇਓਸਿਨਸ ਦਾ ਬਣਿਆ ਹੈ। ਇਸ ਪਿਕਚਰ ਦੇ ਉੱਤੇ ਜਿਹੜੀ ਤੁਹਾਨੂੰ ਡਾਇਗਰਾਮ ਜਿਹੜੀ ਇਹ ਨਜ਼ਰ ਆ ਰਹੀ ਹੈ, ਇਹ ਇੱਕ ਮੇਰੋਮਾਇਓਸਿਨ ਦੀ ਡਾਇਗਰਾਮ ਹੈ। ਮੇਰੋਮਾਇਓਸਿਨ ਇਹ ਥਿਕ ਫਿਲਾਮੈਂਟਸ ਬਣਾਉਂਦੇ ਹਨ, ਤੇ ਹਰੇਕ ਮੇਰੋਮਾਇਓਸਿਨ ਦੇ ਦੋ ਇੰਪੋਰਟੈਂਟ ਪਾਰਟਸ ਹੁੰਦੇ ਹਨ। ਇੱਕ ਇਹਨਾਂ ਦੇ ਅੰਦਰ ਟੇਲ ਹੁੰਦੀ ਹੈ, ਤੇ ਇੱਕ ਇਹਨਾਂ ਦੇ ਅੰਦਰ ਹੈਡ ਤੇ ਕ੍ਰੋਸ ਆਰਮ ਹੁੰਦੀ ਹੈ, ਰਾਈਟ। ਜਿਹੜਾ ਇਹਨਾਂ ਦਾ ਹੈਡ ਤੇ ਸ਼ਾਰਟ ਆਰਮ ਵਾਲਾ ਹਿੱਸਾ ਹੈ, ਜਿਹੜਾ ਹੈਡ ਤੇ ਸ਼ਾਰਟ ਆਰਮ ਵਾਲਾ ਹਿੱਸਾ ਹੈ, ਇਹ ਇਹਨਾਂ ਦਾ ਹੈਵੀ ਮੇਰੋਮਾਇਓਸਿਨ ਬਣਾਉਂਦਾ ਹੈ, HMM। ਇਹ ਹੈਵੀ ਮੇਰੋਮਾਇਓਸਿਨ ਬਣਾਉਂਦਾ ਹੈ, ਤੇ ਜਿਹੜਾ ਇਹਨਾਂ ਦਾ ਟੇਲ ਵਾਲਾ ਹਿੱਸਾ ਹੈ, ਉਹ ਇਹਨਾਂ ਦਾ ਲਾਈਟ ਮੇਰੋਮਾਇਓਸਿਨ ਬਣਾਉਂਦਾ ਹੈ। ਭਾਵ ਹੈਡ ਤੇ ਸ਼ਾਰਟ ਆਰਮ ਰੈਗੂਲਰ ਡਿਸਟੈਂਸ ਤੇ ਰੈਗੂਲਰ ਐਂਗਲ ਤੇ
ਆਊਟਵਰਡ ਨੂੰ ਪ੍ਰੋਜੈਕਟਡ ਹੁੰਦੇ ਹਨ, ਜਿਸ ਨੂੰ ਅਸੀਂ ਕ੍ਰੋਸ ਆਰਮ ਕਹਿੰਦੇ ਆ। ਤੁਸੀਂ ਬੇਟਾ ਡਾਇਗਰਾਮ 'ਚ ਦੇਖ ਸਕਦੇ ਹੋ, ਇੱਥੇ ਇਹ ਦੋਨੋਂ ਹੀ ਇੱਕ ਕੁੰਡਲੀ ਜੀ ਬਣਾ ਕੇ ਬੈਠੇ ਨੇ, ਜਿਨ੍ਹਾਂ ਨੂੰ ਅਸੀਂ ਕ੍ਰੋਸ ਆਰਮ ਕਹਿੰਦੇ ਹਾਂ। ਗਲੋਬੂਲਰ ਜਿਹੜਾ ਸਿਰ ਹੈ, ਇਸ ਸਿਰ ਦੇ ਅੰਦਰ ਦੋ ਸਾਈਟਸ ਨੇ ਜਿਹੜੀ ਬਹੁਤ ਇੰਪੋਰਟੈਂਟ ਹੈ। ਇੱਕ ਐਕਟਿਵ ਬਾਈਂਡਿੰਗ ਸਾਈਟ ਹੈ ਤੇ ਇੱਕ ATP ਬਾਈਂਡਿੰਗ ਸਾਈਟਸ ਹਨ। ਐਕਟਿਨ ਬਾਈਂਡਿੰਗ ਸਾਈਟਸ ਬਹੁਤ ਇੰਪੋਰਟੈਂਟ ਨੇ, ਕਿਉਂਕਿ ਇੱਥੇ ਆ ਕੇ ਐਕਟਿਨ ਅਟੈਚ ਹੋਏਗਾ ਜਦੋਂ ਕੰਟਰੈਕਸ਼ਨ ਦਾ ਪ੍ਰੋਸੈਸ ਸਮਝਾਂਗੇ। ਉਸੇ ਤਰ੍ਹਾਂ ATP ਬਾਈਂਡਿੰਗ ਸਾਈਟਸ ਉਹ ਨੇ ਜਿੱਥੇ ATPase ਐਂਜ਼ਾਈਮ ਕੰਮ ਕਰੇਗਾ, ਰਾਈਟ। ਸੋ ਜਿਹੜਾ ਇਹ ਗੋਲਾਕਾਰ ਸਿਰ ਹੈ, ਇਹ ਇੱਕ ATPase ਐਂਜ਼ਾਈਮ ਦਾ ਕੰਮ ਕਰੇਗਾ। ਹੁਣ ਅਸੀਂ ਇਸ ਤੋਂ ਅਗਲਾ ਟੌਪਿਕ ਪੜਾਂਗੇ ਕਿ ਮਸਲ ਕੰਟਰੈਕਟ ਕਿਵੇਂ ਕਰਦੀ ਹੈ, ਮਸਲ ਕਿਵੇਂ ਮੂਵ ਕਰਦੀ ਹੈ, ਕਿਵੇਂ ਸਾਡੀ ਮੂਵਮੈਂਟ ਦੇ ਵਿੱਚ ਹੈਲਪ ਕਰਦੀ ਹੈ, ਜਿਹਨੂੰ ਅਸੀਂ ਕੰਟਰੈਕਸ਼ਨ ਆਫ ਮਸਲ ਕਹਿੰਦੇ ਹਾਂ। ਕੰਟਰੈਕਸ਼ਨ ਆਫ ਮਸਲ ਸਮਝਣ ਲਈ ਇਸ ਨੂੰ ਇੱਕ ਥਿਊਰੀ ਨਾਲ ਸਮਝਾਇਆ ਜਾਂਦਾ ਹੈ, ਜਿਸ ਨੂੰ ਕਹਿੰਦੇ ਨੇ ਸਲਾਈਡਿੰਗ ਫਿਲਾਮੈਂਟ ਥਿਊਰੀ। ਬੇਟਾ ਕੰਟਰੈਕਸ਼ਨ ਆਫ ਮਸਲ ਸਲਾਈਡਿੰਗ ਫਿਲਾਮੈਂਟ ਥਿਊਰੀ ਦੀ ਹੈਲਪ ਨਾਲ ਅਸੀਂ ਸਮਝ ਸਕਦੇ ਹਾਂ। ਸਲਾਈਡਿੰਗ ਫਿਲਾਮੈਂਟ ਥਿਊਰੀ ਕਹਿੰਦੀ ਹੈ ਕਿ ਕੁਝ ਲਾਈਟ ਬੈਂਡਸ, ਕੁਝ ਥਿਨ ਬੈਂਡਸ ਨੇ, ਜਿਨ੍ਹਾਂ ਨੂੰ ਅਸੀਂ ਐਕਟਿਨ ਕਹਿੰਦੇ ਹਾਂ। ਇਹਨਾਂ ਐਕਟਿਨ ਦੇ ਵਿਚਕਾਰ ਮਾਇਓਸਿਨ ਪਏ ਨੇ, ਜਿਵੇਂ ਅਸੀਂ ਪਿੱਛੇ ਸਾਰਕੋਮੀਅਰ ਦਾ ਸਟਰਕਚਰ ਪੜਿਆ ਸੀ। ਜਿਵੇਂ ਹੀ ਐਕਟਿਨ ਬੈਂਡਸ ਕੰਟਰੈਕਟ ਕਰਦੇ ਨੇ, ਸਲਾਈਡ ਕਰਦੇ ਨੇ, ਮਾਇਓਸਿਨ ਨੂੰ ਕਵਰ ਅਪ ਕਰ ਲੈਣਗੇ, ਥੋੜਾ ਥੋੜਾ ਅੱਗੇ ਸਲਾਈਡ ਕਰ ਜਾਣਗੇ, ਉਹਦੇ ਨਾਲ ਸਾਰਕੋਮੀਅਰ ਦਾ ਜਿਹੜਾ ਸਾਈਜ਼ ਹੈ, ਜਿਹੜਾ ਉਹਦਾ ਲੈਂਥ ਹੈ, ਉਹ ਡਿਕਰੀਜ਼ ਹੋ ਜਾਏਗੀ ਤੇ ਮਸਲ ਕੰਟਰੈਕਟ ਕਰ ਜਾਏਗੀ। ਤੇ ਜਿਵੇਂ ਹੀ ਇਹ ਐਕਟਿਨ ਫਿਲਾਮੈਂਟਸ ਵਾਪਿਸ ਆਪਣੀ ਪੋਜੀਸ਼ਨ ਤੇ ਪਹੁੰਚ ਜਾਣਗੇ ਤਾਂ ਮਸਲ ਰਿਲੈਕਸ ਕਰ ਜਾਏਗੀ। ਇਸੇ ਤੋਂ ਸਾਡੀ ਜਿਹੜੀ ਮਸਕੂਲਰ ਮੂਵਮੈਂਟਸ ਨੇ ਉਹਦੇ ਹੁੰਦੀਆਂ ਨੇ। ਹੁਣ ਅਸੀਂ ਸਮਝਦੇ ਹਾਂ ਮਸਕੂਲਰ ਮੂਵਮੈਂਟ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਪਹਿਲੇ ਇੱਕ ਮੋਟਰ ਨਿਊਰੋਨ, ਸੋ ਦਿਸ ਇਜ਼ ਮੋਟਰ ਨਿਊਰੋਨ। ਦਿਸ ਮੋਟਰ ਨਿਊਰੋਨ ਸਿਗਨਲ ਲੈ ਕੇ ਆ ਰਿਹਾ ਕਿੱਥੋਂ? ਬ੍ਰੇਨ ਤੋਂ। ਬ੍ਰੇਨ ਦੇ ਸੈਂਟਰਲ ਨਰਵਸ ਸਿਸਟਮ ਤੋਂ ਇਸ ਮੋਟਰ ਨਿਊਰੋਨ ਇੱਕ ਸਿਗਨਲ ਲੈ ਕੇ ਆਏਗਾ। ਇਹ ਮੋਟਰ ਨਿਊਰੋਨ ਸਿਗਨਲ ਇੱਕ ਨਿਊਰੋ ਟਰਾਂਸਮਿਟਰ ਦੀ ਫਾਰਮ ਦੇ ਵਿੱਚ, ਇੱਕ ਕੈਮੀਕਲ ਦੀ ਫਾਰਮ ਦੇ ਵਿੱਚ ਇੱਥੇ ਰਿਲੀਜ਼ ਕਰੇਗਾ ਇਸ ਜੰਕਸ਼ਨ 'ਚ। ਜਿਹੜਾ ਜੰਕਸ਼ਨ ਨਿਊਰੋਨ ਤੇ ਮਸਲ ਦੇ ਵਿੱਚ ਹੁੰਦਾ ਹੈ, ਉਹਨੂੰ ਅਸੀਂ ਨਿਊਰੋ ਮਸਕੂਲਰ ਜੰਕਸ਼ਨ ਕਹਿੰਦੇ ਹਾਂ। ਜਿਵੇਂ ਹੀ ਇਹ ਸਿਗਨਲ ਰਿਲੀਜ਼ ਕੀਤਾ, ਇਸਨੇ ਇੱਕ ਸਿਗਨਲ ਰਿਲੀਜ਼ ਕੀਤਾ ਜਿਹਦੇ ਨਾਲ ਇਸ ਮਸਲ ਫਾਈਬਰ ਦੇ ਸਾਰਕੋਲੇਮਾ ਦੇ ਵਿੱਚ, ਇਸ ਮਸਲ ਦੀ ਜਿਹੜੀ ਵਾਲ ਹੈ, ਇਹਦੇ ਅੰਦਰ ਇੱਕ ਐਕਸ਼ਨ ਪੋਟੈਂਸ਼ੀਅਲ ਕ੍ਰੀਏਟ ਹੋਇਆ, ਜਿਹਦੇ ਕਾਰਨ ਕੈਲਸ਼ੀਅਮ ਦਾ ਲੈਵਲ ਵੱਧ ਜਾਏਗਾ। ਮਸਲ ਦੇ ਅੰਦਰ ਕੈਲਸ਼ੀਅਮ ਦਾ ਲੈਵਲ ਵਧਣ ਦੇ ਨਾਲ ਹੀ ਇਹ ਕੈਲਸ਼ੀਅਮ ਸਾਰਕੋਪਲਾਜ਼ਮ ਪੈਦਾ ਕਰੇਗਾ, ਰਾਈਟ। ਜਿਵੇਂ ਹੀ ਇੱਥੇ ਕੈਲਸ਼ੀਅਮ ਦਾ ਲੈਵਲ ਵੱਧ ਗਿਆ, ਇਹ ਕੈਲਸ਼ੀਅਮ ਜਾ ਕੇ ਟ੍ਰੋਪੋਨਿਨ ਸਬ ਯੂਨਿਟ ਦੇ ਨਾਲ ਬਾਈਂਡ ਹੋ ਜਾਏਗਾ। ਜਿਹੜਾ ਅਸੀਂ ਐਕਟਿਨ ਫਿਲਾਮੈਂਟ ਦੇ ਵਿੱਚ ਕੀਤਾ ਸੀ ਕਿ ਐਕਟਿਨ ਫਿਲਾਮੈਂਟਸ ਦੇ ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਹੈ, ਜਿਹਦੇ ਉੱਤੇ ਟ੍ਰੋਪੋਮਾਇਓਸਿਨ ਹੁੰਦਾ ਤੇ ਟ੍ਰੋਪੋਮਾਇਓਸਿਨ ਦੇ ਉੱਤੇ ਕੁਝ ਟ੍ਰੋਪੋਨਿਨ ਲੱਗੇ ਨੇ, ਜਿਨ੍ਹਾਂ ਨੇ ਮਾਇਓਸਿਨ ਦੀ ਬਾਈਂਡਿੰਗ ਸਾਈਟਸ ਨੂੰ ਛੁਪਾ ਕੇ ਰੱਖਿਆ ਹੋਇਆ ਹੈ। ਜਿਵੇਂ ਹੀ ਇੱਥੇ ਕੈਲਸ਼ੀਅਮ ਦਾ ਲੈਵਲ ਵੱਧ ਜਾਏਗਾ, ਇਹ ਜਾ ਕੇ ਬਾਈਂਡ ਕਰੇਗਾ ਟ੍ਰੋਪੋਨਿਨ ਨੂੰ। ਇਹ ਟ੍ਰੋਪੋਨਿਨ ਦੇ ਕੈਲਸ਼ੀਅਮ ਸਬ ਯੂਨਿਟ ਦੇ ਨਾਲ ਜਾ ਕੇ ਬਾਈਂਡ ਕਰ ਜਾਏਗਾ ਤੇ ਇਹ ਮਾਸਕ ਜਿਹੜੀ ਹੋਈਆਂ ਸੀ ਸਾਈਟਸ, ਇਹ ਜਾ ਕੇ ਪਰੇ ਹੋ ਜਾਣਗੀਆਂ ਤੇ ਇਹ ਕਿਰਿਆਸ਼ੀਲ ਹੋ ਜਾਣਗੀਆਂ। ਇਹ ਐਕਟਿਵ ਸਾਈਟਸ ਓਪਨ ਹੋ ਜਾਣਗੀਆਂ ਐਕਟਿਨ ਦੀਆਂ ਬਾਈਂਡਿੰਗ ਦੇ ਲਈ, ਰਾਈਟ। ਇਸ ਤੋਂ ਨੈਕਸਟ ਪ੍ਰੋਸੈਸ ਕੀ ਹੁੰਦਾ ਹੈ? ਜਿਵੇਂ ਹੀ ਇਹ ਐਕਟਿਵ ਸਾਈਟਸ ਓਪਨ ਹੋ ਗਈਆਂ, ਹੁਣ ਜਿਹੜਾ ਟ੍ਰੋਪੋਨਿਨ ਦੇ ਨਾਲ ਇੱਥੇ ਦੇਖੋ, ਇਹ ਕੈਲਸ਼ੀਅਮ ਜਾ ਕੇ ਇਹਦੇ ਨਾਲ ਕੰਬਾਈਨ ਹੋ ਗਿਆ। ਜਿਵੇਂ ਕੰਬਾਈਨ ਹੋਇਆ ਤਾਂ ਮਾਇਓਸਿਨ ਜਿਹੜੀ ਬਾਈਂਡਿੰਗ ਸਾਈਟ ਸੀ ਉਹ ਓਪਨ ਹੋ ਗਿਆ। ਮਾਇਓਸਿਨ ਬਾਈਂਡਿੰਗ ਸਾਈਟਸ ਇੱਕ ਤਾਂ ਓਪਨ ਹੋ ਗਿਆ ਕਿਹਦੀਆਂ? ਐਕਟਿਨ ਦੀਆਂ। ਸੋ ਐਕਟਿਨ ਇਜ਼ ਫ੍ਰੀ। ਹੁਣ ਐਕਟਿਨ ਦੀ ਕੋਈ ਪਹਿਰੇਦਾਰੀ ਨਹੀਂ ਕਰ ਰਿਹਾ, ਕੋਈ ਮਾਇਓਸਿਨ ਉੱਥੇ। ਹੁਣ ਜਿਹੜੀ ਸਾਈਟਸ ਨੇ ਐਕਟਿਨ ਤੇ ਮਾਇਓਸਿਨ ਮਿਲਣ ਨੂੰ ਤਿਆਰ ਨੇ। ਹੁਣ ਕੀ ਬੇਟਾ, ਹੁਣ ਇਹ ਨੀਚੇ ਵਾਲੀ ਡਾਇਗਰਾਮ ਦੇ ਵਿੱਚ ਇਹ ਹੈ ਮਾਇਓਸਿਨ ਹੈਡ, ਇਹ ਹੈ ਐਕਟਿਨ ਫਿਲਾਮੈਂਟ, ਓਕੇ। ਜਦੋਂ ਹੀ ATP ਦਾ ਮੋਲੀਕਿਊਲ ਮਾਇਓਸਿਨ ਦੀ ਐਕਟਿਵ ਸਾਈਟਸ ਨਾਲ ਬਾਈਂਡ ਹੁੰਦਾ ਹੈ ਤਾਂ ਐਂਜ਼ਾਈਮ ਮਾਇਓਸਿਨ ATPase, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਹੈਡ ਦੇ ਵਿੱਚ ਮੌਜੂਦ ਹੁੰਦਾ ਹੈ, ਇਹ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਪ੍ਰੈਜ਼ੈਂਸ ਦੇ ਵਿੱਚ ATP ਦਾ ਬ੍ਰੇਕਡਾਊਨ ਕਰ ਦੇਗਾ।
ਜਿਵੇਂ ਹੀ ATP ਬ੍ਰੇਕਡਾਊਨ ਹੋਏਗਾ ਉਹ ਬਣ ਜਾਏਗਾ ADP plus inorganic phosphate, ADP and inorganic phosphate and energy। ਇਹ ਜਿਹੜੀ એનર્ਜੀ ਹੈ ਇਹ ਮਾਇਓਸਿਨ ਦੇ ਹੈਡ ਦੇ ਵਿੱਚ ਇੱਕ ਸਟ੍ਰੇਟਨਿੰਗ ਪੈਦਾ ਕਰਦੀ ਹੈ। ਇਹ ਮਾਇਓਸਿਨ ਦੇ ਹੈਡ ਦੇ ਵਿੱਚ ਇੱਕ ਸਟ੍ਰੇਟਨਿੰਗ ਪੈਦਾ ਕਰੇਗੀ ਜਿਹੜੀ ਐਕਟਿਨ ਫਿਲਾਮੈਂਟਸ ਦੀਆਂ ਐਕਸਪੋਜ਼ ਸਾਈਟਸ ਦੇ ਨਾਲ ਜੁੜ ਕੇ ਕੀ ਬਣਾਉਣਗੀਆਂ ਕ੍ਰਾਸ ਬ੍ਰਿਜ, ਰਾਈਟ। ਇਹ ਕ੍ਰਾਸ ਬ੍ਰਿਜ ਦੀ ਫਾਰਮੇਸ਼ਨ ਅੱਗੇ ਅੱਗੇ ਚੱਲਦਾ ਰਹੇਗਾ ਜਿਸ ਨਾਲ ਐਕਟਿਨ ਫਿਲਾਮੈਂਟਸ ਦੇ A ਬੈਂਡਸ ਸੈਂਟਰ ਵੱਲ ਨੂੰ ਖਿੱਚੇ ਜਾਂਦੇ ਹਨ। ਜਿਹੜੇ Z ਲਾਈਨ ਨੇ ਉਹਨਾਂ ਦੇ ਜਿਹੜੇ ਐਕਟਿਨਸ ਅਟੈਚ ਹੁੰਦੇ ਹਨ ਉਹ ਵੀ ਇਨਵਰਡ ਨੂੰ ਦਿਖਾਣਗੇ ਮੂਵਮੈਂਟ ਤੇ ਸਾਰਕੋਮੀਅਰ ਸ਼ਾਰਟਨ ਹੋ ਜਾਏਗਾ, ਰਾਈਟ। ਸੋ ਐਕਟਿਨ ਫਿਲਾਮੈਂਟਸ A ਬੈਂਡ ਦੇ ਸੈਂਟਰ ਵੱਲ ਨੂੰ ਖਿੱਚੇ ਜਾਣਗੇ, Z ਲਾਈਨ ਦੀ ਵੀ ਇਨਵਰਡ ਮੂਵਮੈਂਟ ਹੋਏਗੀ ਤੇ ਸਾਰਕੋਮੀਅਰ ਦੀ ਸ਼ਾਰਟਨਿੰਗ ਹੋ ਜਾਏਗੀ। ਓਕੇ, ਸ਼ਾਰਟਨਿੰਗ ਜਿਹੜੀ ਸਾਰਕੋਮੀਅਰ ਦੀ ਹੁੰਦੀ ਹੈ ਉਸ ਦੌਰਾਨ ਜਿਹੜਾ A ਬੈਂਡ ਦੀ ਲੈਂਥ ਹੈ ਉਹ ਰਿਟੇਨ ਰਹਿੰਦੀ ਹੈ ਪਰ I ਬੈਂਡ ਦੀ ਜਿਹੜੀ ਲੈਂਥ ਹੈ ਉਹ ਰਿਡਿਊਸ ਹੋ ਜਾਏਗੀ। ਜਦੋਂ ਮਾਇਓਸਿਨ ADP ਨੂੰ ਰਿਲੀਜ਼ ਕਰੇਗਾ, ਜਿਵੇਂ ਉਹ ADP ਨੂੰ ਰਿਲੀਜ਼ ਕਰੇਗਾ ਤਾਂ ਉਹ ਵਾਪਸ ਤੋਂ ਰਿਲੈਕਸ ਸਟੇਟ ਦੇ ਵਿੱਚ ਆ ਜਾਏਗਾ ਤੇ ਨਿਊ ATP ਦੇ ਆਉਣ ਤੋਂ ਬਾਅਦ ਹੀ ਦੁਬਾਰਾ ਇਹ ATP ਹਾਈਡਰੋਲਾਈਜ਼ ਹੋਏਗਾ। ਹਾਈਡਰੋਲਾਈਜ਼ ਤੋਂ ਬਾਅਦ ਕ੍ਰਾਸ ਬ੍ਰਿਜ ਬਣੇਗਾ, ਫਿਰ ADP ਤੇ ਇਨਆਰਗੈਨਿਕ ਫਾਸਫੇਟ ਰਿਲੀਜ਼ ਹੋਏਗਾ ਤੇ ਇਹ ਪ੍ਰੋਸੈਸ ਲਗਾਤਾਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਓਕੇ, ਇਹ ਪ੍ਰੋਸੈਸ ਇਸ ਤਰ੍ਹਾਂ ਚੱਲੇਗਾ। ਸੋ ਪਹਿਲੇ ਤਾਂ ਕੀ ਸੀ, ਪਹਿਲੇ ਕੀ ਹੋਇਆ, ਇੱਥੇ ਆਇਆ ATP, ਰਾਈਟ। ATP ਹਾਈਡਰੋਲਿਸਿਸ ਹੋਈ, ATP ਹਾਈਡਰੋਲਿਸਿਸ ਤੋਂ એનર્ਜੀ ADP ਤੇ ਇਨਆਰਗੈਨਿਕ ਫਾਸਫੇਟ ਪੈਦਾ ਹੋਏ ਜਿਹਦੇ ਨਾਲ ਮਾਇਓਸਿਨ ਹੈਡ ਸਟ੍ਰੇਟਨ ਅਪ ਹੋ ਗਿਆ। ਸਟ੍ਰੇਟਨ ਹੋ ਕੇ ਐਕਟਿਨ ਦੇ ਨਾਲ ਬਾਈਂਡ ਹੋ ਗਿਆ ਤੇ ਇਹਨੂੰ ਅਸੀਂ ਕੀ ਕਹਿਤਾ, ਕ੍ਰਾਸ ਬ੍ਰਿਜ। ਜਿਵੇਂ ਕ੍ਰਾਸ ਬ੍ਰਿਜ ਹੋਇਆ ਉਸ ਤੋਂ ਬਾਅਦ ਐਕਟਿਨ ਅਟੈਚ ਹੋ ਗਿਆ ਤੇ ਉਹ ਅੱਗੇ ਨੂੰ ਮੂਵ ਕਰਨ ਲੱਗ ਗਿਆ। ਜਿਵੇਂ ਅੱਗੇ ਨੂੰ ਮੂਵ ਕੀਤਾ ADP ਤੇ ਇਨਆਰਗੈਨਿਕ ਫਾਸਫੇਟ ਵਾਪਸ ਤੋਂ ਰਿਲੀਜ਼ ਹੋ ਗਏ ਤਾਂ ਉਹਨਾਂ ਨੇ ਹੈਡ ਨੂੰ ਉਹਦੀ ਪੋਜੀਸ਼ਨ ਤੇ ਵਾਪਸ ਲਿਆਇਆ। ਜਿਵੇਂ ਨਵਾਂ ATP ਆਏਗਾ ਉਹ ਫਿਰ ਉਹਦੇ ਨਾਲ ਅਟੈਚ ਹੋ ਜਾਏਗਾ ਤੇ ਇਹ ਇੱਕ ਸਰਕੂਲਰ ਪ੍ਰੋਸੈਸ ਚੱਲਦਾ ਹੀ ਰਹੇਗਾ ਜਿਹਦੇ ਨਾਲ ਮਸਲ ਕੰਟਰੈਕਟ ਹੁੰਦੀ ਹੈ ਤੇ ਵਾਪਸ ਤੋਂ ਰਿਲੈਕਸ ਹੁੰਦੀ ਹੈ, ਰਾਈਟ। ਸੋ ਸਲਾਈਡਿੰਗ ਫਿਲਾਮੈਂਟ ਥਿਊਰੀ ਚ ਪੜਿਆ ਸੀ, ਪਹਿਲਾਂ ਹਾਈਡਰੋਲਿਸਿਸ ਹੋਇਆ, ਫਿਰ ਕ੍ਰਾਸ ਬ੍ਰਿਜ ਬਣਿਆ, ਫਿਰ ਇੱਕ ਪਾਵਰ ਸਟ੍ਰੋਕ ਦੇ ਨਾਲ ਐਕਟਿਨ ਅੱਗੇ ਮੂਵ ਕਰ ਗਿਆ, ਇਹ ਮਾਇਓਸਿਨ ਹੈਡ ਅੱਗੇ ਮੂਵ ਕਰ ਗਿਆ। ਜਿਵੇਂ ਹੀ ATP ਬਾਈਂਡ ਕੀਤਾ ਤੇ ਇਹ ਵਾਪਸ ਤੋਂ ਡਿਟੈਚ ਹੋ ਗਿਆ ਐਕਟਿਨ, ਰਾਈਟ। ਵਾਪਸ ਤੋਂ ਸੇਮ ਪ੍ਰੋਸੈਸ ATP ਹਾਈਡਰੋਲਿਸਿਸ। ਸੋ ਇਸ ਫੋਟੋਗ੍ਰਾਫ 'ਚ ਤੁਸੀਂ, ਇਸ ਡਾਇਗਰਾਮ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ A ਬੈਂਡ ਹੈ, A ਬੈਂਡ ਦੀ ਜਿਹੜੀ ਲੈਂਥ ਹੈ ਉਹ ਸੇਮ ਹੈ, A ਬੈਂਡ ਚੇਂਜ ਨਹੀਂ ਹੋਇਆ, ਜਦਕਿ I ਬੈਂਡ ਸ਼ਾਰਟਨ ਹੋ ਗਿਆ। ਜਿਹੜਾ I ਬੈਂਡ ਹੈ ਉਹ ਬਹੁਤ ਜ਼ਿਆਦਾ ਸ਼ਾਰਟਨ ਹੋ ਗਿਆ। ਸਾਰਕੋਮੀਅਰ ਦੀ ਲੈਂਥ ਜਿਹੜੀ ਇੱਥੋਂ ਸਾਰਕੋਮੀਅਰ ਦੀ ਲੈਂਥ ਸੀ ਇੱਥੋਂ, ਉਹ ਸਿਰਫ ਇੱਥੇ ਤੋਂ ਇੱਥੇ ਰਹਿ ਗਈ ਕੰਟਰੈਕਸ਼ਨ ਦੇ ਟਾਈਮ ਤੇ, ਰਾਈਟ। ਸੋ A ਬੈਂਡ ਦੀ ਲੈਂਥ ਚੇਂਜ ਨਹੀਂ ਹੋਈ, I ਬੈਂਡ ਦੀ ਲੈਂਥ ਚੇਂਜ ਹੋ ਗਈ ਐਂਡ ਸਾਰਕੋਮੀਅਰ ਦੀ ਵੀ ਲੈਂਥ ਚੇਂਜ ਹੋ ਗਈ। ਸੋ ਇਹਨੂੰ ਯਾਦ ਕਰਨ ਲਈ ਅਸੀਂ ਇਹ ਰੱਖ ਸਕਦੇ ਹਾਂ ਕਿ ਜਿਹੜੀ ਮਾਂ ਹੁੰਦੀ ਹੈ ਉਹ ਤਾਂ ਹਮੇਸ਼ਾ ਕੌਨਸਟੈਂਟ ਰਹਿੰਦੀ ਹੈ। ਕਿਸੇ ਵੀ ਤਰ੍ਹਾਂ ਦਾ ਕੁਝ ਵੀ ਬੱਚਾ ਕਰੇ ਮਾਂ ਤਾਂ ਪਿਆਰ ਕਰਦੀ ਹੀ ਕਰਦੀ ਹੈ। ਸੋ ਮਾਇਓਸਿਨ ਬੈਂਡ remains constant, actin band remains constant, A band ਦੀ length ਵੀ remains constant। change ਕੀ ਹੁੰਦਾ ਹੈ, is। ਕੀ reduce ਹੁੰਦਾ ਹੈ, is। I band ਤੇ sarcomere। ਸੋ ਥੈਂਕ ਯੂ, ਇੱਥੇ ਸਾਡਾ ਟੌਪਿਕ ਫਿਨਿਸ਼ ਹੁੰਦਾ ਹੈ। ਇਹ ਸਾਰਾ ਸੀ ਮਸਕੂਲਰ ਸਿਸਟਮ। ਓਕੇ, ਸੋ ਇਸ ਚੈਪਟਰ 'ਚ ਅਸੀਂ ਪੜ੍ਹ ਚੁੱਕੇ ਹਾਂ ਮਸਲਸ ਦੇ ਵਿੱਚ ਉਹਨਾਂ ਦਾ ਸਟਰਕਚਰ ਕੀ ਹੁੰਦਾ ਹੈ, ਉਹ ਕਿਵੇਂ ਕੰਟਰੈਕਟ ਕਰਦੇ ਨੇ, ਕਿਹੜੇ ਪ੍ਰੋਟੀਨਸ ਉਹਦੇ ਵਿੱਚ ਕੰਮ ਕਰਦੇ ਨੇ। ਸੋ ਬੇਟਾ, thank you.